ਸਿਆਣੇ ਆਂਦੇ ਨੇ ਵੀ ਇੱਕ ਚੁੱਪ ਤੇ 100 ਸੁੱਖ। ਕਈ ਵਾਰੀ ਸਾਰਾ ਇਲਮ ਹੋਣ ਦੇ ਬਾਵਜੂਦ ਬੰਦੇ ਨੂੰ ਖਾਮੋਸ਼ ਰਹਿਣਾ ਪੈਂਦਾ ਔਰ ਕਈਆਂ ਜਗ੍ਹਾ ਤੇ ਖਾਮੋਸ਼ੀ ਬੜੀ ਮੁਫੀਦ ਸਾਬਤ ਹੁੰਦੀ ਹੈ। ਕਈਆਂ ਜਗ੍ਹਾ ਤੇ ਸਾਰਾ ਇਲਮ ਹੋਣ ਦੇ ਬਾਵਜੂਦ ਅਗਰ ਚੁੱਪ ਰਹੀਏ ਨਾ ਤੇ ਉਹ ਚੁੱਪ ਬੜਾ ਫਾਇਦਾ ਦਿੰਦੀ ਹੈ। ਕਿਵੇਂ? ਕੋਈ 3 ਬੰਦੇ ਸਨ ਤੇ ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਗਈ ਸੀ। ਉਹ ਜਿਨ੍ਹਾਂ ਤਿੰਨਾਂ ਨੂੰ ਸਜ਼ਾਏ ਮੌਤ ਸੁਣਾਈ ਗਈ ਸੀ ਨਾ, ਉਹਨਾਂ ਦੇ ਵਿੱਚ ਇੱਕ ਵਕੀਲ ਸੀ, ਦੂਜਾ ਆਲਮ ਸੀ ਤੇ ਤੀਜਾ ਦਾਨਸ਼ਵਰ ਸੀ, ਬਹੁਤਾ ਸਿਆਣਾ ਸੀ। ਇਹਨਾਂ ਤਿੰਨਾਂ ਨੂੰ ਸਜ਼ਾਏ ਮੌਤ ਸੁਣਾਈ ਗਈ ਸੀ ਤੇ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ ਨਾ, ਉਹ ਤਿੰਨਾਂ ਨੂੰ ਇੱਕੋ ਟਾਈਮ ਤੇ ਦਿੱਤੀ ਜਾਣੀ ਸੀ। ਜਦੋਂ ਉਹ ਟਾਈਮ ਆ ਗਿਆ ਤੇ ਸਭ ਤੋਂ ਪਹਿਲਾਂ ਵਾਰੀ ਆਈ ਵਕੀਲ ਦੀ। ਪਹਿਲੇ ਵਕਤ ਦੇ ਵਿੱਚ ਜਦੋਂ ਫਾਂਸੀ ਨਹੀਂ ਸੀ ਨਾ ਦਿੱਤੀ ਜਾਂਦੀ, ਉਦੋਂ ਇੰਝ ਹੁੰਦਾ ਸੀ ਕਿ ਇੱਕ ਵੱਡਾ ਜਿਹਾ ਪੱਥਰ ਹੁੰਦਾ ਸੀ, ਇੱਕ ਰੱਸੀ ਦੇ ਨਾਲ ਵੱਜਾ। ਮਿਸਾਲ ਤੌਰ 'ਤੇ ਉਹ ਰੱਸੀ ਦੀ ਜਿਹੜੇ ਨਾਲ ਵੱਜਾ ਨਾ, ਉਹ ਇੰਝ ਡੰਡਾ ਹੈ, ਇੱਥੇ ਫਿਰਕੀ ਲੱਗੀ ਹੈ, ਇਸ ਸਾਈਡ 'ਤੇ ਪੱਥਰ ਹੈ ਤੇ ਇੱਧਰ ਰੱਸੀ ਹੈ। ਉਹ ਜਦੋਂ ਰੱਸੀ ਥੱਲੇ ਲੰਮਾ ਪਾ ਕੇ ਨਾ ਬੰਦੇ ਨੂੰ ਜਦੋਂ ਉਹ ਰੱਸੀਆਂ ਛੱਡਦੇ ਸਨ ਨਾ, ਤੇ ਉਹ ਪੱਥਰ ਜਿਹੜਾ ਉਹਦੇ ਸਿਰ ਦੇ ਉੱਤੇ ਵੱਜਦਾ ਸੀ ਨਾ, ਤੇ ਉਹ ਬੰਦਾ ਮਰ ਜਾਂਦਾ। ਸਮਝ ਆ ਗਈ ਮੇਰੀ ਗੱਲ ਦੀ? ਸਭ ਤੋਂ ਪਹਿਲਾਂ ਵਾਰੀ ਆ ਗਈ ਵਕੀਲ ਦੀ। ਵਕੀਲ ਲੇਟੇ ਆ, ਦੂਜੀ ਸਾਈਡ ਤੇ ਉਹ ਰੱਸੀ ਵਾਲਾ ਜਿਹੜਾ ਨਾ ਰੱਸੀ ਫੜ ਕੇ ਖਲੋਤਾ। ਜਦੋਂ ਉਹਨੂੰ ਇਸ਼ਾਰਾ ਹੋਣਾ, ਆਰਡਰ ਹੋਣਾ, ਉਹਨੇ ਰੱਸੀ ਛੱਡਣੀ ਹੈ ਤੇ ਉਹ ਪੱਥਰ ਵਕੀਲ ਦੇ ਸਿਰ ਦੇ ਉੱਤੇ ਡਿੱਗਣਾ ਤੇ ਉਸ ਮਰ ਜਾਣਾ। ਜਦੋਂ ਉਹ ਵਕੀਲ ਨੂੰ ਲਿਟਾਇਆ ਗਿਆ ਨਾ, ਤੇ ਲਿਟਾ ਕੇ ਉਹਨੂੰ ਪੁੱਛਿਆ ਨਾ ਕਿ ਤੇਰੀ ਕੋਈ ਆਖਰੀ ਖਵਾਹਿਸ਼, ਕੋਈ ਕਹਿਣਾ ਚਾਹੁੰਦਾ ਤੂੰ? ਤੇ ਵਕੀਲ ਆਖਣ ਲੱਗਾ, ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ, ਬਸ ਇੰਨਾ ਕਹਿਣਾ ਚਾਹੁੰਦਾ ਕਿ ਸਾਰੀ ਜ਼ਿੰਦਗੀ ਹੱਕ ਤੇ ਸੱਚ ਦੇ ਮੇਰਾ ਮਤਲਬ ਕੇਸ ਲੜੇ ਨੇ, ਕਦੇ ਝੂਠ ਨਹੀਂ ਮਾਰਿਆ। ਵਕੀਲ ਆਂਦਾ ਪਿਆ ਵੀ ਮੈਂ ਕਦੀ ਝੂਠ ਨਹੀਂ ਮਾਰਿਆ। ਉਹ ਜੀ ਨਾ ਮੰਨਣ ਵਾਲੀ ਗੱਲ ਹੈ ਨਾ ਕਿ ਮਤਲਬ ਜਿਹੜੀ ਗੱਲ ਸਮਝ ਹੀ ਨਹੀਂ ਪਈ ਆਉਂਦੀ। ਖੈਰ, ਵਕੀਲ ਪਿਆ ਆਂਦਾ ਵੀ ਸਾਰੀ ਜ਼ਿੰਦਗੀ ਝੂਠ ਨਹੀਂ ਮਾਰਿਆ ਤੇ ਹੱਕ ਦੇ ਸੱਚ ਦੀ ਗੱਲ ਕੀਤੀ ਹੈ। ਮੈਨੂੰ ਇੰਨਾ ਪਤਾ ਵੀ ਜੇ ਮੇਰੀ ਮੌਤ ਨਹੀਂ ਨਾ ਆਈ ਤੇ ਤੁਸੀਂ ਮੈਨੂੰ ਬੇਗਨਾਹ ਵੀ ਮਾਰ ਦਿਓ, ਮੈਂ ਮਰ ਨਹੀਂ ਸਕਦਾ। ਉਹ ਉਧਰੋਂ ਇਸ਼ਾਰਾ ਹੋ ਗਿਆ ਨਾ ਕਿ ਪੱਥਰ ਛੱਡ ਦਿਓ, ਉਹਦੀ ਆਖਰੀ ਗੱਲ ਹੋ ਗਈ। ਉਹਨਾਂ ਪੱਥਰ ਛੱਡਿਆ। ਇਹ ਇੱਕ ਨਾ ਐਵੇਂ ਗਿੱਠ ਘਰੂਚਾ ਉਹਦੇ ਸਿਰ ਤੋਂ ਨਾ, ਇੱਕ ਗਿੱਠ ਘਰੂਚਾ ਆ ਕੇ ਪੱਥਰ ਇੰਝ ਖਲੋ ਗਿਆ, ਵੱਜਾ ਨਾ ਵਕੀਲ ਨੂੰ। ਉਹ ਸਾਰੇ ਵੇਖ ਕੇ ਹੈਰਾਨ ਹੋ ਗਏ, ਆਖਣ ਲੱਗੇ ਵੀ ਏਡਾ ਪੱਕਾ ਈਮਾਨ ਤੇ ਕੈਸਾ ਕੀਤਾ ਇਸ ਬੰਦੇ ਦਾ, ਵੇਖੋ ਬਾਈ। ਉਹਨੇ ਆਖਿਆ ਜੀ ਇਹਨੂੰ ਥੱਲੇ ਕੱਢ ਦੇ। ਕੱਢ ਦਿੱਤਾ ਗਿਆ। ਫੇਰ ਆ ਗਈ ਆਲਮ ਦੀ ਵਾਰੀ। ਦੂਜੀ ਵਾਰੀ ਆਲਮ ਦੀ ਸੀ। ਉਹਨੂੰ ਪੁੱਛਿਆ ਤੇਰੀ ਕੋਈ ਆਖਰੀ ਖਵਾਹਿਸ਼ ਜਾਂ ਕੋਈ ਤੂੰ ਗੱਲ ਕਰਨਾ ਚਾਹੁੰਦਾ? ਉਹਨੇ ਵੀ ਇਹੀ ਗੱਲ ਕੀਤੀ। ਉਸ ਆਖਿਆ ਸਾਰੀ ਜ਼ਿੰਦਗੀ ਹੱਕ ਦੇ ਪੈਰਾ ਦਿੱਤਾ ਤੇ ਹੱਕ ਬਿਆਨ ਕੀਤਾ, ਮੈਂਬਰ ਹੋਵੇ ਭਾਵੇਂ ਕੋਈ ਸਟੇਜ ਹੋਵੇ ਤੇ ਵਗੈਰਾ ਵਗੈਰਾ, ਕਦੀ ਗਲਤ ਬਿਆਨੀ ਕੀਤੀ ਹੀ ਨਹੀਂ। ਉਹਨੇ ਆਖਿਆ ਕੋਈ ਗੱਲ ਕਰਨੀ ਹੈ ਤੇ ਕਰ ਲੈ। ਤੇ ਅੱਗੇ ਵਕੀਲ ਵੀ ਕੀਤੀ ਸੀ ਨਾ, ਉਸ ਆਖਿਆ ਮੇਰਾ ਵੀ ਇਹੀ ਬਿਆਨ ਹੈ। ਉਧਰੋਂ ਇਸ਼ਾਰਾ ਆ ਗਿਆ ਨਾ, ਆਖਿਆ ਛੱਡ ਦਿਓ ਪੱਥਰ, ਇਹਦੇ ਵਾਲਾ ਕੰਮ ਕਰ ਛੱਡੋ। ਉਹਨਾਂ ਜਦੋਂ ਰੱਸੀ ਛੱਡਣ ਵਾਲੇ ਨੇ ਅੱਜ ਰੱਸੀ ਛੱਡੀ ਨਾ, ਤੇ ਪੱਥਰ ਜਦੋਂ ਡਿੱਗਾ ਉਹਦੇ ਵੀ ਇੰਜ ਐਨ ਇੱਕ ਗਿੱਠ ਦੇ ਉੱਤੇ ਆ ਕੇ ਨਾ ਤੇ ਪੱਥਰ ਇੰਜ ਖਲੋ ਗਿਆ ਤੇ ਵੱਜਾ ਨਾ ਉਸ ਆਲਮ ਨੂੰ। ਸਾਰੇ ਹੈਰਾਨ ਹੋ ਗਏ, ਆਖਣ ਲੱਗੇ ਕੈਸੇ ਮੌਜੇ ਤੇ ਕੈਸੇ ਈਮਾਨ ਨੇ ਯਾਰ ਬੰਦਿਆਂ ਦੇ, ਕਿਆ ਬਾਤ, ਕਿਆ ਬਾਤ ਹੈ ਬਾਈ। ਖੈਰ, ਕਿੱਸਾ ਮੁਖਤਸਰ ਗੱਲ ਇਹ ਵੇ ਕਿ ਵਾਰੀ ਆ ਗਈ ਜਦੋਂ ਨਾ ਤੀਸਰੇ ਉਸ ਦਾਨਸ਼ਵਰ ਦੀ। ਉਹਨਾਂ ਥੱਲੇ ਉਹਨੂੰ ਲਟਾਇਆ ਤੇ ਉਹਨਾਂ ਆਖਿਆ, ਮਤਲਬ ਪਹਿਲਾਂ ਨਹੀਂ ਸਨ ਪੁੱਛਦੇ ਕਿ ਤੇਰੀ ਕੋਈ ਖਵਾਹਿਸ਼ ਜਾਂ ਕੋਈ ਗੱਲ, ਲਿਟਾ ਕੇ ਤੇ ਫੇਰ ਪੁੱਛਦੇ। ਉਹਨਾਂ ਆਖਿਆ ਤੂੰ ਕੋਈ ਗੱਲ ਕਰਨਾ ਚਾਹੁੰਦਾ, ਕੋਈ ਖਵਾਹਿਸ਼ ਜਾਂ ਕੋਈ ਬਾਤ ਹੈ ਦਿਲ 'ਚ ਤੇ ਕਰ ਲੈ। ਇਹ ਜਿਹੜੇ 2 ਬੰਦੇ ਸਨ ਵੇਖ ਲਿਆ ਉਹਨਾਂ ਤੇ ਉਹਨਾਂ ਦਾ ਈਮਾਨ ਬਚਾ ਗਿਆ। ਤੇ ਜੇ ਤੇਰੇ ਜ਼ਿਹਨ 'ਚ ਕੋਈ ਦਿਲ 'ਚ ਗੱਲ ਹੈ ਤੇ ਕਰ ਲੈ ਤੂੰ ਵੀ ਆਖਰੀ ਗੱਲ। ਉਹ ਅੱਗੋਂ ਕੀ ਸਿਆਣਾ ਬੋਲ ਕੇ ਕੀ ਆਂਦਾ? ਦਾਨਸ਼ਵਰ ਆਖਣ ਲੱਗਾ, ਆਂਦਾ ਇਹਨਾਂ ਨੂੰ ਈਮਾਨ ਕਿਹੜਾ ਬਚਾ ਗਿਆ? ਇਹ ਜਿਹੜੇ ਪੱਥਰ ਦੀ ਤੁਸੀਂ ਪੇ ਗੱਲ ਕਰ ਰਹੇ ਹੋ ਨਾ, ਸਿਰ ਉਹਨਾਂ ਦੇ ਵਿੱਚ ਨਹੀਂ ਵੱਜਾ। ਇਹ ਜਿਹੜੀ ਫਿਰਕੀ ਹੈ ਨਾ, ਤੇ ਇਹ ਜਿਹੜੀ ਰੱਸੀ ਵੱਜੀ ਹੈ ਜਿਹਦੇ ਨਾਲ ਉਹ ਪੱਥਰ ਮਤਲਬ ਲਟਕਦਾ ਪਿਆ, ਇਹ ਰੱਸੀ ਦੇ ਨਾਲ ਨਾ ਇੱਥੇ ਇੱਕ ਕਰਕੇ ਇੱਕ ਗੰਢ ਹੈ। ਉਹ ਵੇਖੋ ਤੇ ਸਹੀ ਗੰਢ ਹੈ। ਜਦੋਂ ਤੁਸੀਂ ਰੱਸੀ ਛੱਡ ਦਿਓ ਤੇ ਗੰਢ ਇੱਥੇ ਫਿਰਕੀ ਦੇ ਨਾਲ ਅੜ ਜਾਂਦੀ ਹੈ ਤੇ ਪੱਥਰ ਥੱਲੇ ਆਇਆ ਨੂੰ ਤੇ ਨਹੀਂ ਵੱਜਦਾ। ਹੋਰ ਇਹਨਾਂ ਦੇ ਬਚਣ ਦੀ ਹੋਰ ਤੇ ਕੋਈ ਵਜ੍ਹਾ ਨਹੀਂ। ਉਹ ਗੰਢ ਹੈ ਜਿਹੜੀ ਮੇਰਾ ਮਤਲਬ ਹੈ ਉਹ ਇਹਨਾਂ ਨੂੰ ਬਚਾ ਗਈ। ਉਹਨਾਂ ਉਸੇ ਟਾਈਮ ਵੇਖਿਆ ਤੇ ਉਹਨਾਂ ਆਖਿਆ ਬਾਕੀ ਯਾਰ ਫਿਰਕੀ ਦੇ ਨਾਲ ਉਹ ਰੱਸੀ ਦੇ ਨਾਲ ਗੰਢ ਤੇ ਵੱਜੀ। ਉਹਨੇ ਆਖਿਆ ਗੰਢ ਖੋਲੋ। ਉਹਨੇ ਇਸ ਤਰ੍ਹਾਂ ਨਾਲ ਗੰਢ ਖੋਲ ਕੇ ਨਾ ਤੇ ਜਦੋਂ ਉਹ ਰੱਸੀ ਇਸ ਤਰ੍ਹਾਂ ਥੱਲੇ ਕਰਕੇ ਜੋ ਰੱਸੀ ਛੱਡੀ ਨਾ ਤੇ ਉਹ ਪੱਥਰ ਉੱਤੇ ਵੱਜਾ ਤੇ ਦਾਨਸ਼ਵਰ ਸਾਹਿਬ ਕਿਆ ਹੋ ਗਏ। ਉਹ ਤੇ ਫਿਰ ਮੀਆਂ ਸਾਹਿਬ ਨੇ ਆਖਣਾ ਕਿ ਚੁੱਪ ਰਵੇਂ ਤੇ ਮੋਤੀ ਮਿਲਦੇ, ਸਬਰ ਕਰੇ ਤੇ ਹੀਰੇ, ਪਾਗਲਾਂ ਵਾਂਗਰ ਰੌਲਾ ਪਾਵੇਂ ਨਾ ਮੋਤੀ ਨਾ ਹੀਰੇ। ਹੈਂ, ਅਗਰ ਤੂੰ ਜ਼ੁਬਾਨ ਬੰਦ ਰੱਖ ਦੂੰ, ਤੈਨੂੰ ਇਲਮ ਤੇ ਹੋ ਗਿਆ ਸੀ ਨਾ, ਪਤਾ ਤੇ ਤੈਨੂੰ ਲੱਗ ਗਿਆ ਸੀ ਨਾ, ਤੇ ਜੇ ਤੂੰ ਆਪਣੀ ਜ਼ੁਬਾਨ ਬੰਦ ਰੱਖ ਦੂੰ ਤੇ ਤੇਰਾ ਵੀ ਤੇ ਭਲਾ ਹੋ ਜਾਣਾ ਹੀ, ਫਾਇਦਾ ਹੋ ਜਾਣਾ ਸੀ।